अब जो डिप्रैशन की बीमारी होंगी है, जो घर असी रहने तो डिप्रैशन हो जाता है, लड़ाई झगड़े बढ़ते जाते, किस तरह पता लगता कि जोड़ा आदमी है ये डिप्रैशन का शिकार होता जा रहा है? सो कई कई गोलियां खाने के बाद भी नींद नहीं ਉਹਨੂੰ ਆਉਂਦੀ। सो मैं हैरान हो गया। किस तरह कढ़ते किस तरह जे तुसी डिप्रैशन चो अगर तुहाडे को कोई आ जाता कि उन्होंने डिप्रैशन होंगी, की तरीका की है आज? मैं फिर दस देना भी कहानी कितना थोड़ा जिहा प्रैक्टिकल दसा। वाहेगुरु जी का खालसा, वाहेगुरु जी की फतेह। तुसी देख रहे हो सहज सुख टीवी, तो मैं हाँ तुहाडे नाल मुकेश मेहरा। अज असी जिस विषय पर गलबात करन जा रहे हैं वो विषय है घर घर विच हो रही लड़ाई झगड़े ते लड़ाई झगड़ियां दौरान घर के परिवारिक मैंबरां नूं एक अजिही भयानक बीमारी जिहड़ी है वो लग जाती, जिसनूं असी डिप्रैशन जिहड़ी है वो कहने आ। इस दे नाल घरां दे परिवारां दे परिवार ही दूर होंदे जा रहे हैं। इसका एक कारण है कि हुण एक शहर दे विच अनेकां जिहड़े है डिप्रैशन की बीमारी दूर करन वाले हस्पताल भी जिहड़े आ वो खुलते जा रहे हैं। इस दे लई साडे नाल अज गलबात करनगे इंजीनियर मनजीत सिंह जजेआनी। अगर जजेआनी साहब की गल करिए तो इन्हों ने डिप्रैशन की बीमारी ते बहुत डूंगी जिहड़ी है खोज की हुई है तो बहुत माहिर है। इस ते साडे नाल गलबात करनगे। पहलां तां वाहिगुरू जी का खालसा जी, वाहिगुरू जी की फतेह। वाहिगुरू जी का खालसा, वाहिगुरू जी की फतेह। जजेआनी साहब, जो डिप्रैशन की बीमारी होंगी है, जो घर असी रहने तो डिप्रैशन हो जाता है, लड़ाई झगड़े बढ़ते जाते, किस तरह पता लगता कि जोड़ा आदमी है ये डिप्रैशन का शिकार होता जा रहा है? सो ਪਹਿਲੋਂ ਇਹਦੀਆਂ ਅਲਾਮਤਾਂ ਇਹ ਨੇ ਵੀ ਜਦੋਂ ਅਸੀਂ ਸਾਡੇ ਕੋਲ ਕੋਈ ਬੰਦਾ ਆਉਂਦਾ ਵਾ ਤੇ ਕੋਈ ਪੁੱਛਦਾ ਗੱਲ ਪੁੱਛਦਾ ਸੋ ਬਾਰ-ਬਾਰ ਇੱਕ ਗੱਲ ਨੂੰ ਥੋੜੇ ਚਿਰ ਬਾਅਦ ਫੇਰ ਕਹਿੰਦਾ ਉਹ ਗੱਲ। ਸੋ ਅੰਦਾਜ਼ਾ ਲੱਗ ਜਾਂਦਾ ਵੀ ਇਹ ਗੱਲ ਤੇ ਮੇਰੇ ਨਾਲ ਗੱਲ ਕਰ ਰਿਹਾ। ਸੋ ਇਹਦੇ ਵਿੱਚ ਬਹੁਤ ਲੰਮਾ ਚੈਪਟਰ ਆ ਔਰ ਮੈਂ ਦਾਸ ਨੇ ਖੋਜ ਕੀਤੀ ਆ ਕਿ ਜਿੱਥੇ ਅਸੀਂ ਗੁਰਬਾਣੀ ਬਾਰੇ ਵਿਚਾਰ ਰੱਖਦੇ ਆ, ਸਿਮਰਨ ਬਾਰੇ ਰੱਖਦੇ ਆ ਨਾ, ਵੇਖਿਆ ਵੀ ਘਰ ਘਰ ਦੇ ਵਿੱਚ ਇੰਨੇ ਲੋਕ ਇਸ ਚੀਜ਼ ਦੇ ਡਿਪਰੈਸ਼ਨ ਦੇ ਉੱਤੇ ਮਤਲਬ ਆ ਚੁੱਕੇ ਆ, ਇਸ ਬਿਮਾਰੀ ਤੋਂ ਇਹਦੇ ਗ੍ਰਿਫਤ ਵਿੱਚ ਆ ਚੁੱਕੇ ਆ। ਤੇ ਉਹ ਦਾਸ ਦਾ ਕੋਈ ਤਜਰਬਾ ਇੱਦਾਂ ਦਾ ਵੀ ਕੁਝ ਬਾਅਦ 'ਚ ਮੈਂ ਗੱਲ ਕਰਦਾ ਵੀ ਕਿੰਨੇ ਲੋਕ ਜਿਹੜੇ ਇਸ ਬਿਮਾਰੀ ਚੋਂ ਵਿੱਚ ਕੁਝ ਵਿਚਾਰ ਸੁਣ ਕੇ ਕੁਝ ਮੈਂ ਜੈਨ ਸਾਹਿਬ ਤੁਹਾਨੂੰ ਦੱਸਦਾ, ਬੱਚੇ ਵੀ ਬਹੁਤ ਜ਼ਿਆਦਾ ਸ਼ਿਕਾਰ ਡਿਪਰੈਸ਼ਨ ਦਾ ਹੋ ਰਹੇ ਆ ਕਿ ਬੱਚਿਆਂ ਨੂੰ ਕਿਹੜੀਆਂ ਟੈਨਸ਼ਨਾਂ ਪੈ। ਬਿਲਕੁਲ। ਉਹ ਵੇਖੋ ਇੱਕ ਤੇ ਸਾਡੇ ਇੱਥੇ ਖੋਜ ਚੱਲਦੀ ਆ ਵੀ ਉਹਨਾਂ ਨੇ ਮਹਾਰਾਜ ਨੇ ਦੱਸਤਾ ਵੀ ਇੱਕ ਮੋਬਾਈਲ ਵੀ ਕਾਰਨ ਹੈਗੇ ਆ, ਬਾਕੀ ਹੈਗੇ ਆ ਵੀ ਜਦੋਂ ਅਸੀਂ ਇਹਦੇ ਵਿੱਚ ਆਉਂਦਾ ਪਹਿਲਾਂ ਆਪਾਂ ਸ਼ੁਰੂਆਤ ਉੱਥੋਂ ਕਰ ਲਈਏ ਵੀ ਡਿਪਰੈਸ਼ਨ ਦੀਆਂ ਲੱਛਣ ਕੀ ਨੇ। ਸੋ ਲੱਛਣ ਇਹ ਆ ਵੀ ਉਸ ਬੰਦੇ ਦਾ ਵੇਂਦਿਆਂ ਹਾਸਾ ਤੇ ਤਕਰੀਬਨ ਉਹਦੀ ਜ਼ਿੰਦਗੀ ਨੂੰ ਚੱਲ ਹੱਸਦਾ ਨਹੀਂ, ਉਹ ਹੱਸਦਾ ਨਹੀਂ, ਚਿੜਚਿੜਾਪਣ ਆ ਜਾਂਦਾ, ਭੁੱਖ ਵੀ ਘਟ ਜਾਂਦੀ, ਇੱਥੋਂ ਤੱਕ ਵੀ ਨੀਂਦ ਵੀ ਘਟ ਜਾਂਦੀ, ਭਾਵੇਂ ਉਹ ਬੱਚਾ ਤੇ ਭਾਵੇਂ ਕਿਸੇ ਵੱਡੀ ਉਮਰ ਦਾ। ਸੋ ਕਈ ਗੋਲੀਆਂ ਖਾਣ ਦੇ ਬਾਅਦ ਵੀ ਨੀਂਦ ਨਹੀਂ ਉਹਨੂੰ ਆਉਂਦੀ। ਸੋ ਮੈਂ ਹੈਰਾਨ ਹੋ ਗਿਆ ਵੀ ਜਿਹਨੂੰ ਪੁੱਛੀਏ ਮੈਂ ਕਿਹਾ ਮੈਂ ਡਿਪਰੈਸ਼ਨ ਬਾਰੇ ਕੋਈ ਇਹਦੇ ਬਾਰੇ ਖੋਜ ਕੀਤੀ ਆ, ਕੁਝ ਮੈਂ ਬਣਾਉਣਾ ਚਾਹੁੰਦਾ, ਜਿਹਨੂੰ ਪੁੱਛੀਏ ਉਹ ਆਉਂਦਾ ਮੈਂ ਤਾਂ ਗੋਲੀਆਂ ਖਾਨਾ, ਮੈਨੂੰ ਤਾਂ ਹੋਈ ਆ। ਮੈਂ ਕਿਹਾ ਇਹ ਮਖੌਲ ਤਾਂ ਨਹੀਂ ਕਿਤੇ ਕਰ ਰਹੇ, ਪਰ ਨਹੀਂ ਹੈਗੀ ਹੀ ਉਹਨਾਂ ਦੇ ਇਹ ਚੀਜ਼ ਹੈਗੀ। ਸੋ ਇਸ ਬਾਰੇ ਕਰਦੇ ਆ ਵੀ ਉਹ ਡਿਪਰੈਸ਼ਨ ਜਿਹਨੂੰ ਹੁੰਦੀ ਆ ਇਹਦਾ ਵਿਸ਼ਾ ਵੇਖੋ ਕਿੱਦਾਂ ਦਾ। ਨੰਬਰ 1 ਤੇ ਇਹਨੂੰ ਆਪਾਂ 4 ਭਾਗਾਂ 'ਚ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਨਾਲ ਇਹ ਕੋਸ਼ਿਸ਼ ਕਰਾਂਗੇ ਵੀ ਸਾਡੇ ਜਿਹੜੇ ਅਗਲੇ ਬੰਨੇ ਸਾਧ ਸੰਗਤ ਹੈ ਨਾ, ਉਹ ਇਸ ਬਾਰੇ ਕਮੈਂਟਸ ਦੇ ਵਿੱਚ ਸਾਨੂੰ ਸਵਾਲ ਵੀ ਕਰ ਸਕਦੇ ਆ, ਕਿਉਂਕਿ ਹੋਰ ਵੀ ਕਈ ਸਵਾਲ ਹੋ ਸਕਦੇ ਆ। ਉਹਦੇ ਵਿੱਚ ਤੁਹਾਨੂੰ ਮੈਂ ਦੱਸਿਆ ਵੀ ਪਹਿਲਾ ਸਾਡਾ ਇਹ ਹੋਊਗਾ ਵੀ ਡਿਪਰੈਸ਼ਨ ਵਾਲੇ ਬੰਦੇ ਦਾ ਨਿਸ਼ਾਨੀਆਂ ਕੀ ਨੇ, ਜੇ ਮੈਨੂੰ ਹੋ ਗਈ ਜਾਂ ਤੁਹਾਨੂੰ ਜਾਂ ਕਿਸੇ ਨੂੰ ਹੋ ਗਈ ਤਾਂ ਉਹਦੇ 'ਤੇ ਕੀ ਲਾਮਤਾਂ ਨੇ ਵੀ ਉਹ ਡਿਪਰੈਸ਼ਨ ਹੋ ਗਈ, ਕਿਸ ਤਰ੍ਹਾਂ ਪਤਾ ਕਰਾਂਗੇ। ਅਗਲੀ ਗੱਲ ਆ ਵੀ ਜੇ ਡਿਪਰੈਸ਼ਨ ਹੋ ਗਈ ਆ ਤੇ ਉਹਨੂੰ ਅਸੀਂ ਇਲਾਜ ਕਿੱਦਾਂ ਕਰ ਸਕਦੇ। ਨੰਬਰ 2 ਫਿਲਮ ਬਣਾਵਾਂਗੇ ਵੀ ਇਲਾਜ ਕਿੱਦਾਂ ਕਰ ਸਕਦੇ ਘਰ ਦੇ ਵਿੱਚ ਰਹਿ ਕੇ। ਤੀਜਾ ਇਹ ਆ ਵੀ ਦੂਜਾ ਹੈਗਾ ਇਲਾਜ ਕਿੱਦਾਂ ਕਰ ਸਕਦੇ, ਤੀਜਾ ਹੈਗਾ ਵੀ ਹੋਵੇ ਹੀ ਨਾ ਸਾਡੇ ਪਰਿਵਾਰਾਂ 'ਚ ਹਮੇਸ਼ਾ ਖੁਸ਼ੀ ਖੇੜੇ ਰਹੇ ਸਾਡੇ ਪਰਿਵਾਰਾਂ 'ਚ, ਹਰ ਕੋਈ ਚਾਹੁੰਦਾ। ਪਹਿਲੇ ਆਪਾਂ ਦੱਸੀਏ ਕਿ ਜਿਹੜੇ ਇਹਦੇ ਲੱਛਣ ਹੈ, ਤੁਸੀਂ ਦੱਸਦੇ ਕੀ ਲੱਛਣ ਹੈ, ਇਸ ਤੋਂ ਇਲਾਵਾ ਵੀ ਹੋਰ ਕੋਈ ਲੱਛਣ ਹੁੰਦੇ ਆ ਤੇ ਕਿਸ ਤਰ੍ਹਾਂ ਪਤਾ ਲੱਗਦਾ ਕਿ ਜਿਹੜਾ ਬੱਚਾ ਹੈ ਉਹ ਡਿਪਰੈਸ਼ਨ 'ਚ ਜਾਂਦਾ ਜਾ ਰਿਹਾ? ਵੇਖੋ ਬੱਚਾ ਮਾਂ ਪਿਓ ਦੇ ਨਾਲ ਮਾਂ ਪਿਓ ਦੀ ਗੱਲ ਨਹੀਂ ਸੁਣਨੋਂ, ਤਕਰੀਬਨ ਛੋਟੇ ਬੱਚੇ ਮਾਂ ਪਿਓ ਦੀ ਗੱਲ ਸੁਣਨ ਤੋਂ ਮੁਨਕਰ ਹੁੰਦੇ ਜਾ ਰਹੇ ਆ। ਮਾਂ ਪਿਓਆਂ ਦਾ ਵੀ ਖਰੇ ਕਿਉਂ ਹੁੰਦੇ ਜਾ ਰਹੇ, ਪਰ ਉਹਦੇ ਵਿੱਚ ਇਹ ਚੀਜ਼ ਜਿਹੜੀ ਹੋ ਚੁੱਕੀ ਹੁੰਦੀ, ਕਿਤੇ ਨਾ ਕਿਤੇ ਹੋ ਚੁੱਕੀ, ਚਾਹੇ ਉਹ ਟੀਵੀ ਵੇਖ ਕੇ ਹੋ ਗਈ ਆ, ਹੋਰ ਕਾਰਨ ਉਸ ਨੂੰ ਵੇਖੋ ਸਾਡੀ ਜਰਨ ਸ਼ਕਤੀ ਇੰਨੀ ਘਟ ਗਈ ਆ ਨਾ, ਬੱਚਿਆਂ ਤੋਂ ਲੈ ਕੇ ਵੱਡੀ ਉਮਰ ਤੱਕ ਸਾਡੇ 'ਚ ਮਾਦਾ ਹੀ ਨਹੀਂ ਰਹਿ ਗਿਆ ਵੀ ਅਸੀਂ ਕਿਸੇ ਦੀ ਗੱਲ ਸੁਣ ਸਕੀਏ। ਸੋ ਬੱਚੇ ਦੇ ਵਿੱਚ ਵੀ ਜਦੋਂ ਮਾਂ ਪਿਓ ਦਬਕਾ ਮਾਰਦੇ ਆ ਜਾਂ ਸਕੂਲ ਦੇ ਵਿੱਚੋਂ ਕੋਈ ਇਸ ਤਰੀਕੇ ਨਾਲ ਟੀਚਰ ਕੋਈ ਦਬਕਾ ਮਾਰਦਾ, ਉਹ ਆਪਣੇ ਚਿੱਤ ਨੂੰ ਲਾ ਪੈਂਦਾ
ਜਦੋਂ ਚਿੱਤ ਨੂੰ ਲਾ ਪੈਂਦਾ ਆਪਾਂ ਅੱਗੇ ਚੱਲ ਕੇ ਦੱਸਦੇ ਹਾਂ ਵੀ ਜਦੋਂ ਇੱਕ ਗੱਲ ਨੂੰ ਕੋਈ ਬਾਰ-ਬਾਰ ਬੰਦਾ ਗੱਲ ਸੋਚਦਾ ਵਾ ਤੇ ਉਹਦੇ ਸਰੀਰ ਦੇ ਵਿੱਚ ਕਿਹੜੀ ਚੀਜ਼ ਆਉਂਦੀ ਜਿਹਦੇ ਨਾਲ ਡਿਪਰੈਸ਼ਨ ਬਣਦੀ ਹੈ। ਸੋ ਮੇਰੀ ਨਿੱਜੀ ਵਾਹਿਗੁਰੂ ਦੀ ਕਿਰਪਾ ਨਾਲ ਖੋਜ ਹੈ, ਮੈਂ ਸਾਂਝੀ ਕਰੂੰਗਾ। ਔਰ ਇਸ ਗੱਲ ਤੋਂ ਡਾਕਟਰ ਵੀ ਹੈਰਾਨ ਨੇ ਵੀ ਇਹ ਅਸੀਂ ਤੇ ਇੰਨੀਆਂ ਕਿਤਾਬਾਂ ਪੜ੍ਹੀਆਂ, ਇੰਨੀ ਨੌਲੇਜ ਰੱਖਦੇ ਤੇ ਕਿੱਥੋਂ ਖੋਜ ਕੀਤੀ। ਔਰ ਖੋਜ ਬਿਲਕੁਲ 100% ਉਹ ਸਹੀ ਆ ਵੀ ਇਹ ਜਿਹੜੀ ਆ ਡਿਪਰੈਸ਼ਨ ਜਿਹੜੀ ਆ, ਤੁਹਾਨੂੰ ਦੱਸਿਆ ਚਾਰੇ ਗੱਲਾਂ ਬਾਰ-ਬਾਰ ਆਪਾਂ ਰਿਪੀਟ ਨਹੀਂ ਕਰਨੀਆਂ ਵੀ ਹੋਈ ਆ, ਹਟਾਉਣੀ ਕਿੱਦਾਂ। ਤੇ ਨਾਲ ਮੈਂ ਦੱਸੂ ਵੀ ਕਿੰਨੇ ਬੰਦੇ ਮੇਰੇ ਸੰਪਰਕ 'ਚ ਆਣ ਕੇ ਜਿਨ੍ਹਾਂ ਨਾਲ ਮੈਂ ਗੱਲਬਾਤ ਕੀਤੀ ਆ, ਘੰਟਾ ਡੇਢ ਘੰਟਾ, ਰੋਂਦੇ ਪਰਿਵਾਰ ਜਿਹੜੇ ਦਵਾਈਆਂ ਕਰ ਕਰਕੇ ਥੱਕ ਗਏ, ਬਾਅਦ 'ਚ ਮੈਂ ਦੱਸਦਾ, ਹੱਸਦੇ ਕਮਰੇ 'ਚੋਂ ਬਾਹਰ ਕੱਢਿਆ। ਸੋ ਮੇਰਾ ਹੌਸਲਾ ਵੀ ਬੜਾ ਵਧਿਆ। ਫਿਰ ਇਹ ਕਿਸ ਤਰ੍ਹਾਂ ਕੱਢਦੇ ਕਿਸ ਤਰ੍ਹਾਂ ਜੇ ਤੁਸੀਂ ਡਿਪਰੈਸ਼ਨ ਚੋਂ, ਅਗਰ ਤੁਹਾਡੇ ਕੋਲ ਕੋਈ ਤਰੀਕਾ ਕੀ ਹੈ ਅੱਜ ਤੁਸੀਂ ਸਹਿਜ ਸੁਖ ਟੀਵੀ ਤੇ ਸਾਨੂੰ ਦੱਸ ਸਕਦੇ? ਕਿਉਂਕਿ ਅੱਜ ਕੱਲ ਤਾਂ ਡਾਕਟਰ ਜਿਹੜੇ ਇੰਨੇ ਮਾਹਿਰ ਆ ਗਏ, ਉਹ ਕਹਿੰਦੇ ਕਿ ਦਵਾਈ ਤੋਂ ਬਿਨਾ ਬੱਚੇ ਨੂੰ ਡਿਪਰੈਸ਼ਨ ਚੋਂ ਨਹੀਂ ਕੱਢਿਆ ਜਾ ਸਕਦਾ। ਕੁਝ ਡਾਕਟਰ ਕਹਿੰਦੇ ਆ ਕਿ ਗੱਲਬਾਤ ਰਾਹੀਂ ਹੀ ਕੱਢਿਆ ਜਾ ਸਕਦਾ। ਤੁਹਾਡੇ ਕਹਿਣ ਦਾ ਕੀ ਤਰੀਕਾ ਹੈ? ਕਿਸ ਤਰ੍ਹਾਂ ਤੁਸੀਂ ਬੱਚੇ ਨੂੰ ਡਿਪਰੈਸ਼ਨ ਚੋਂ ਕੱਢਦੇ? ਤੁਸੀਂ ਆਪਣੇ ਹਿਸਾਬ ਨਾਲ ਦੱਸੋ। ਉਹਦੇ ਵਿੱਚ ਇਹ ਗੱਲ ਜੇ ਵੀ ਬੜਾ ਇਹ ਗੰਭੀਰ ਹੋ ਕੇ ਸੁਣਨ ਵਾਲੀ ਗੱਲ ਜੇ ਵੀ ਕਿਸੇ ਨੂੰ ਡਿਪਰੈਸ਼ਨ ਹੋ ਗਈ ਆ, ਤੁਹਾਨੂੰ ਮੈਂ ਦੱਸਿਆ ਵੀ ਪਤਾ ਲੱਗ ਜਾਣਾ ਵੀ ਉਸ ਬੰਦੇ ਦਾ ਤੁਹਾਡੇ ਨਾਲ ਬੋਲ ਚਾਲ ਦਾ ਹੀ ਫਰਕ ਪੈ ਗਿਆ। ਉਹ ਵੇਖੋ ਹੋਰ ਗੱਲਾਂ 'ਚੋਂ ਗੱਲ ਨਿਕਲ ਆਉਂਦੀ ਹੈ ਵੀ ਉਹ ਬੰਦਾ ਇਕੱਲਾ ਰਹਿਣਾ ਪਸੰਦ ਕਰਦਾ, ਇਕੱਲਾ ਕੋਈ ਮੋਬਾਈਲ ਵੇਖੂ, ਇਕੱਲਾ ਚਲੋ ਜੀ। ਉਹਦਾ ਕਾਰਨ ਇਹ ਜੀ ਵੀ ਡਿਪਰੈਸ਼ਨ ਨੂੰ ਇਹ ਵੀ ਕਹਿੰਦੇ ਜੇ, ਡਿਪਰੈਸ਼ਨ ਨੂੰ ਨੀਮ ਪਾਗਲ ਵੀ ਕਿਹਾ ਜਾਂਦਾ। ਨੀਮ ਪਾਗਲ ਹੋ ਗਿਆ ਤੇ ਇਹੋ ਜਦੋਂ ਇਹ ਕਹਾਣੀ ਵੱਧ ਜਾਂਦੀ ਆ ਨਾ ਤੇ ਪਾਗਲਪਨ ਪੂਰਾ ਵੀ ਹੋ ਜਾਂਦਾ ਜੀ। ਇੱਥੋਂ ਸਟਾਰਟਿੰਗ ਇੱਥੋਂ ਹੀ ਹੋਈ ਆ। ਅਸੀਂ ਕਵਰ ਕਰ ਸਕਦੇ ਹਾਂ, ਕੋਈ ਬਚਪਨ ਦੇ ਵਿੱਚ ਕੋਈ ਪਾਗਲ ਆ, ਕੁਦਰਤੀ ਤੌਰ 'ਤੇ ਉਹਦੇ ਸੰਸਕਾਰ ਆ, ਉਹਨਾਂ ਨੂੰ ਕਰਨਾ ਤਾਂ ਅਸੰਭਵ ਆ। ਪਰ ਜੇ ਕੋਈ ਹੁਣ ਕਿਸੇ ਤਰੀਕੇ ਨਾਲ ਹੋ ਗਿਆ ਨਾ, ਕੋਈ ਕਾਰਨ ਬਣ ਗਿਆ, ਬੜੇ ਸਹਿਜ ਸੁਭਾਅ ਹੀ ਘਰਾਂ 'ਚ ਉਹਦਾ ਇਲਾਜ ਕਰ ਸਕਦਾ। ਔਰ ਮੈਂ ਫੇਰ ਤੁਹਾਨੂੰ ਦੱਸਦਾ, ਅੰਮ੍ਰਿਤਸਰ ਦੇ ਵਿੱਚ ਅਨੇਕਾਂ ਹੀ ਹਸਪਤਾਲ, ਮਨੋਰੋਗ ਵਿਭਾਗ ਦੇ ਅਨੇਕਾਂ ਹੀ ਹਸਪਤਾਲ ਖੁੱਲ੍ਹ ਗਏ। ਅਜੇ ਉਹ ਹੁਣ ਹਸਪਤਾਲ ਖੋਲ੍ਹਦੇ 2 ਸਾਲਾਂ 'ਚ ਬਿਲਡਿੰਗ ਬਣਾਈ ਹੁੰਦੀ। ਸੋ ਐਸੀ ਮਰੀਜ਼ਾਂ ਦੀ ਲੁੱਟ ਖਸੁੱਟ ਹੋ ਰਹੀ ਆ ਨਾ, ਜੇ ਆਪਾਂ ਥੋੜ੍ਹਾ ਘਰਾਂ 'ਚ ਧਿਆਨ ਦਈਏ ਤੇ ਇਸ ਬਿਮਾਰੀ ਤੋਂ ਸਹਿਜ ਸੁਭਾਅ ਅਸੀਂ ਬੜੀ ਤਰੀਕੇ ਦੇ ਨਾਲ ਹੀ ਅਸੀਂ ਨਿਜਾਤ ਪਾ ਸਕਦੇ ਹਾਂ, ਇਸ ਤੋਂ ਬਚ ਸਕਦੇ ਹਾਂ। ਅਗਲੀ ਗੱਲ ਤੁਸੀਂ ਕਿਹੜੀ ਕੀਤੀ ਆ, ਉਹ ਤੁਸੀਂ ਕਰਦੇ ਜੇ ਵੀ ਡਿਪਰੈਸ਼ਨ ਜਿਹੜੀ ਬੱਚੇ ਨੂੰ ਹੋ ਜਾਂਦੀ ਆ ਤੇ ਉਹਨੂੰ ਨਿਕਲਿਆ ਕਿੱਦਾਂ ਜਾਵੇ। ਵੇਖੋ ਉਹਦੇ ਵਿੱਚ ਮੈਂ ਫਿਰ ਤੁਹਾਨੂੰ ਦੱਸਦਾ ਵੀ ਤੁਸੀਂ ਬੱਚੇ ਦੇ ਜਦੋਂ ਤੁਸੀਂ ਨਿਕਲਣਾ ਨਾ, ਨਿਕਲਣ ਵਾਸਤੇ ਤੁਹਾਨੂੰ ਪਹਿਲੋਂ ਉਸ ਬੱਚੇ ਕੋਲ ਜਾ ਕੇ ਨਾ, ਮੇਰੇ ਨਾਲ ਬੀਤਿਆ ਵਾ, ਮੈਂ ਕੁਝ ਪਰਿਵਾਰਾਂ 'ਚ ਗਿਆ ਵਾਂ, ਮੈਂ ਨਾਂ ਨਹੀਂ ਉਹਨਾਂ ਦੇ ਲਾਉਂਗਾ, ਮੈਂ ਫਿਰ ਦੱਸ ਦਿੰਦਾ ਵੀ ਕਹਾਣੀ ਕਿੱਦਾਂ, ਥੋੜ੍ਹਾ ਜਿਹਾ ਪ੍ਰੈਕਟੀਕਲ ਦੱਸਾਂ ਵੀ ਕਿਸੇ ਦੇ ਪਰਿਵਾਰ ਨੂੰ ਇਦਾਂ ਡਿਪਰੈਸ਼ਨ ਬਹੁਤ ਸਾਰਿਆਂ ਨੂੰ ਹੋਈ ਹੈ ਨਾ ਜਦੋਂ, ਤੇ ਮੈਂ ਉਹਨਾਂ ਨੂੰ ਕਿਹਾ ਵੀ ਜੇ ਤੁਸੀਂ ਚਾਹੋ ਤੇ ਇਹਨੂੰ ਡਾਕਟਰ ਕੋਲ ਅਜੇ ਨਾ ਖੜੋ ਤੇ ਮੈਂ ਥੋੜ੍ਹਾ ਜਿਹਾ ਟਾਈਮ ਲਾ ਲਾਂ ਤੇ ਮੇਰਾ ਤਜਰਬਾ ਐਕਸਪੀਰੀਅੰਸ ਵੱਧ ਜੂਗਾ ਔਰ ਤੁਹਾਡਾ ਮੈਨੂੰ ਅੰਦਾਜ਼ਾ ਵੀ ਬੱਚਾ ਜੋ ਵੀ ਪਰਿਵਾਰ ਦਾ ਮੈਂਬਰ ਠੀਕ ਹੋ ਜੂਗਾ। ਉਹ ਆਂਦੇ ਕੋਈ ਗੱਲ ਨਹੀਂ, 1 ਘੰਟੇ 1.5 ਘੰਟੇ ਨਾਲ ਕੋਈ ਫਰਕ ਨਹੀਂ। ਵੇਖੋ ਮੈਂ ਉਹਨਾਂ ਦੇ ਘਰ ਗਿਆ ਤੇ ਉਹ ਬਸੇ ਨੇ ਕੀ ਕੀਤਾ, ਪਹਿਲੋਂ ਮੈਨੂੰ ਵੇਖ ਕੇ ਤੇ ਭੱਜ ਗਿਆ। ਇਹ ਜੇ ਕਾਰਨ ਉਹਨੂੰ ਪਤਾ ਸੀ ਵੀ ਇਹ ਸੱਦਿਆ ਤੇ ਮੇਰੇ ਨਾਲ ਕੋਈ ਗੱਲਬਾਤ ਹੋਣੀ, ਭੱਜ ਗਿਆ। ਮੈਂ ਕੋਈ ਗੱਲ ਨਹੀਂ। ਦੂਜੇ ਦਿਨ ਫੇਰ ਮੈਂ ਗਿਆ ਜੇ, ਉਹਨਾਂ ਸੱਦਿਆ ਦੂਜੇ ਦਿਨ, ਉਹ ਫੇਰ ਬੱਚਾ ਇਸ ਤਰ੍ਹਾਂ ਹੀ ਕੰਨ ਨੂੰ ਫੋਨ ਲਾ ਕੇ ਨਾ ਬਹਾਨੇ ਨਾਲ ਫੇਰ ਭੱਜ ਗਿਆ, ਮਤਲਬ ਉਹ ਨਹੀਂ ਗੱਲ ਸੁਣੇ। ਤੇ ਤੀਜੇ ਦਿਨ ਗਿਆ, ਤੀਜੇ ਦਿਨ ਮੈਂ ਕਿਹਾ ਵੀ ਬੇਟਾ 1 ਮਿੰਟ ਮੈਨੂੰ ਟਾਈਮ ਦੇ ਦੇ, 1 ਮਿੰਟ ਤੋਂ ਬਾਅਦ ਉੱਠ ਕੇ ਚਲੇ ਜਾਈ। ਮੈਂ ਉੱਥੋਂ ਅੰਦਾਜ਼ਾ ਲਾ ਲਿਆ ਵੀ ਇਸ ਬੱਚੇ ਨੂੰ ਘਰਦਿਆਂ ਨਾਲ ਡਿਪਰੈਸ਼ਨ, ਜੋ ਘਰਦਿਆਂ ਦੇ ਨਾਲ ਬੋਲ ਚਾਲ ਨਹੀਂ, ਡਿਪਰੈਸ਼ਨ ਹੋ ਗਈ। ਕਾਰਨ ਕੀ ਹੈ ਘਰਦਿਆਂ ਨੂੰ ਨਹੀਂ ਪਤਾ, ਦਵਾਈਆਂ ਖਵਾਉਣ ਦੀ ਕੋਸ਼ਿਸ਼ ਕਰ ਰਿਹਾ। ਸੋ ਉਹਨੇ ਪਹਿਲਾ ਕੰਮ ਇਹ ਕਿਹਾ ਸੀ, ਉਹ ਕੋ ਘਰਦਿਆਂ ਨੂੰ ਈਨ ਮਨਾਉਂਦਾ ਸੀ ਤੇ ਮੰਨਦੇ ਨਹੀਂ ਪਏ। ਕਟਰਤਾ ਸੀ ਪਰਿਵਾਰ ਵਿੱਚ, ਕਟਰਵਾਦ ਨਾਲ ਕੋਈ ਵੀ ਚੀਜ਼ ਥੋਪੀ ਜਾ ਸਕਦੀ ਹੈ। ਤੁਸੀਂ ਦੱਸੋ, ਮੈਂ ਤੁਹਾਨੂੰ ਜ਼ਬਰਦਸਤੀ ਕਹਾਂ ਸਰਦਾਰ ਬਣ ਜਾ, ਨਹੀਂ ਬਣੋਗੇ ਤੁਸੀਂ। ਮੈਨੂੰ ਕੋ ਨਹੀਂ, ਤੁਹਾਡਾ ਜਿੰਨਾ ਚਿਰ ਅੰਦਰੋਂ ਮਨ ਨਹੀਂ ਹੈਗਾ ਤੇ ਕਿਸ ਤਰ੍ਹਾਂ ਤੁਸੀਂ ਕਰੋਗੇ। ਸੋ ਮੈਂ ਵੇਖਿਆ ਵੀ ਉਸ ਬੱਚੇ ਨੂੰ ਕੋਈ ਜ਼ਬਰਦਸਤੀ ਕੰਮ, ਤੇ ਉਹ ਚੰਗਾ ਪਰਿਵਾਰ ਦੇ ਕਰ ਰਹੇ ਸੀ, ਠੋਸ ਰਹੇ ਸੀ। ਉਹ ਬੱਚਾ ਡਰਦੇ ਮਾਰੇ ਵੀ ਮੈਨੂੰ ਪਰਿਵਾਰ ਵੀ ਨਾ ਗੁੱਸੇ ਹੋਵੇ, ਉਹਨੇ ਮਨ ਨੂੰ ਗੱਲ ਲਾ ਲਈ। ਉਹ ਸੋਚਦਾ ਰਿਹਾ। ਹੁਣ ਮੈਂ ਇਸ ਤੋਂ ਬਾਅਦ ਮੇਰੇ ਕੋਲ ਇੱਕ ਬੋਰਡ ਆ, ਮੈਂ ਬਣਾ ਕੇ ਦੱਸੂਗਾ ਵੀ ਕਿਸ ਤਰ੍ਹਾਂ ਸੋਚਦੇ ਆ ਤੇ ਡਿਪਰੈਸ਼ਨ ਕਿੱਥੇ ਜਾ ਕੇ ਅਸਰ ਕਰਦੀ ਆ, ਜਿਹੜਾ ਕਿ ਨਾ ਕਿਸੇ ਐਕਸਰੇ ਵਿੱਚ ਆਉਂਦਾ ਜੇ, ਨਾ ਹੀ ਅਸੀਂ ਕੋਈ ਜਿਹੜਾ ਸਰੀਰ ਦਾ ਹੋਰ ਮੁਆਇਨਾ ਕਰਦੇ ਕਿਸੇ ਤਰੀਕੇ ਨਾਲ, ਅਲਟਰਾਸਾਊਂਡ ਵਗੈਰਾ ਕਰਦੇ, ਕੁਛ ਨਹੀਂ ਆਊਗਾ। ਪਰ ਇਹ ਬੀਤਦੀ ਜੇ। ਉਸ ਬੱਚੇ ਨੂੰ ਮੈਂ ਕਿਹਾ ਵੀ ਕੋਈ ਗੱਲ ਨਹੀਂ, ਇੰਨੀ ਗੱਲ ਹੈ ਸਰ, ਕਿਉਂਕਿ ਪਹਿਲਾਂ ਮੈਂ ਵੇਖਿਆ ਵੀ ਬੱਚਾ ਐਸ ਕਰਕੇ ਪਰਿਵਾਰ ਦੇ ਨਾਲੋਂ ਇਹਦੇ ਸੰਬੰਧ ਟੁੱਟ ਚੁੱਕੇ ਆ। ਮੈਂ ਕਿਹਾ ਕੋਈ ਗੱਲ ਨਹੀਂ। ਮੈਂ ਉਹਦੇ ਮਾਂ ਪਿਓ ਦੇ ਸਾਹਮਣੇ ਆਖਤਾ ਵੀ ਭੈਣ ਜੀ ਇਹ ਜਿਹੜਾ ਬੱਚਾ ਨਾ, ਇਹਨੇ ਆਹ ਕੰਮ ਕਰਨਾ ਜੇ, ਇਹ ਤਾਂ ਕੋਈ ਗੱਲ ਹੀ ਨਹੀਂ। ਗੱਲ ਹੈ ਵੀ ਬੜੀ, ਪਰ ਉਹਦੇ ਮਾਂ ਪਿਓ ਨੇ ਗੁੱਸਾ ਕੀਤਾ ਵੀ ਇਹ ਕਿਉਂ ਇਸ ਤਰ੍ਹਾਂ, ਅਸੀਂ ਤਾਂ ਇਹਨੂੰ ਸਮਝਾਉਣ ਵਾਸਤੇ ਲਿਆਏ ਆ। ਤੇ ਉਹ ਬੱਚਾ ਨਾ ਖੁਸ਼ ਹੋ ਗਿਆ ਵੀ ਇਹ ਅੰਕਲ ਤੇ ਸਗੋਂ ਮੇਰੇ ਵੱਲ ਦੀ ਗੱਲ ਕਰਨ ਡਏ ਆ, ਮੇਰੇ ਮਾਂ ਪਿਓ ਨੂੰ ਕਹਿੰਦੇ ਵੀ ਇਹਨੂੰ ਕਰਨ ਦਿਓ ਭੈਣ ਜੀ, ਕੋਈ ਗੱਲ ਨਹੀਂ। ਉਹ ਬੱਚਾ ਮੇਰੇ ਕੋਲ ਉੱਠਣ ਦਾ ਨਾਂ ਹੀ ਨਾ ਲਵੇ, ਬੈਠਾ ਰਿਹਾ। ਮੁੜ ਕੇ ਫਿਰ ਹੌਲੀ ਆਂਦਾ ਵੀ ਹੋਰ ਦੱਸੋ ਮੈਨੂੰ ਗੱਲ। ਮੈਂ ਕਿਹਾ ਇਹ ਤਾਂ ਤੂੰ ਬਹੁਤ ਕਰਨਾ, ਇਹ ਤਾਂ ਕੋਈ ਗੱਲ ਹੀ ਨਹੀਂ ਹੈਗੀ। ਅਜੇ ਗੱਲ ਹੈਗੀ ਸੀ, ਜੋ ਵੀ ਔਗਣ ਸੀ ਨਾ ਹੈਗਾ ਸੀ।
ਤੇ ਉਹ ਵੇਖੋ ਮੁੜ ਕੇ ਫਿਰ ਉਹਨੇ ਮੇਰੀ ਗੱਲ ਸੁਣੀ ਆ ਤੇ ਮੰਮੀ ਉਹਦੀ ਦੱਸਿਆ ਵੀ ਭਾਜੀ ਪਾਠ ਵੀ ਕਰਨ ਡਿਆ ਪਿਆ ਜੇ। ਵੇਖੋ ਜਦੋਂ ਉਹਨੂੰ ਸਹਿਜ ਸੁਭਾਅ ਮਹਾਰਾਜ ਦੀ ਗੁਰਬਾਣੀ ਚ ਆਉਂਦਾ ਨਾ ਵੀ ਸਹਿਜ ਸੁਭਾਏ ਹੋਵੇ ਸੋ ਹੋਏ ਕਰਨੇ ਆਰ ਪਛਾਣੇ ਸੋਏ, ਵੀ ਸਹਿਜ ਸੁਭਾਅ ਹੀ ਉਹਨੂੰ ਕੀਤਾ, ਜ਼ਬਰਦਸਤੀ ਨਹੀਂ ਮੰਨ ਰਿਹਾ। ਸੋ ਇਹੀ ਕਾਰਨ ਨੇ ਅੱਜ ਵੇਖੋ ਤਲਾਕਾਂ ਦੇ ਤਲਾਕ ਫੋਰਨ ਕੰਟਰੀਆਂ 'ਚ, ਸਾਡੇ ਦੇਸ਼ ਦੇ ਵਿੱਚ ਵੀ ਮਹੀਨੇ 2 ਮਹੀਨੇ ਬਾਅਦ ਹੀ ਖਬਰ ਆ ਜਾਂਦੀ। ਤੇ ਜੇ ਸਾਨੂੰ ਥੋੜ੍ਹਾ ਜਿਹਾ ਭੇਦ ਲੱਗ ਜਾਵੇ ਤੇ ਸਾਡੇ ਪਰਿਵਾਰਾਂ ਦੇ ਪਰਿਵਾਰ ਇਸ ਜਿਹੜਾ ਟੁੱਟਦੇ ਰਿਸ਼ਤੇ ਆ ਜੋੜ ਸਕਦੇ ਆ, ਬਚ ਸਕਦੇ ਆ। ਪਰ ਕੀਤਾ ਕਿ ਜਾਵੇ ਜੱਜਿਆਣੀ ਸਾਹਿਬ, ਜਿਹੜਾ ਡਿਪਰੈਸ਼ਨ ਬੱਚੇ ਨੂੰ ਹੋਵੇ ਨਾ, ਕਿ ਇਦਾਂ ਦਾ ਵੀ ਕੋਈ ਇਲਾਜ ਹੈ ਕਿ ਜਦੋਂ ਪਤਾ ਲੱਗਣ ਲੱਗੇ ਅਸੀਂ ਪਹਿਲੇ ਬੱਚੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਈਏ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਹੋਵੇ? ਬਿਲਕੁਲ ਬਿਲਕੁਲ, ਮਾਂ ਪਿਓ ਨੂੰ ਪਤਾ ਵੀ ਜੇ ਮੇਰੇ ਬੱਚੇ ਨੂੰ ਇਹੋ ਜਿਹਾ ਕੋਈ ਜਿਹੜਾ ਮਨ ਦਾ ਰੋਗ ਲੱਗ ਗਿਆ, ਕਿ ਸਰੀਰ ਦਾ ਰੋਗ ਤੇ ਦਿਸ ਪੈਂਦਾ, ਮਨ ਦਾ ਰੋਗ ਲੱਗ ਗਿਆ ਤੇ ਫਿਰ ਮਾਂ ਪਿਓ ਨੂੰ ਤੇ ਮੁਸ਼ਕਲ ਨਹੀਂ ਆਊਗੀ। ਜੀ ਜੀ ਸੋ ਮਾਂ ਪਿਓ ਦਾ ਵੀ ਫਰਜ਼ ਆ ਵੀ ਇਸ ਚੀਜ਼ ਤੋਂ ਪਹਿਲਾਂ ਜਾਣੂ ਰਵੇ ਵੀ ਬੱਚੇ ਸਾਡੇ ਨੂੰ ਡਿਪਰੈਸ਼ਨ ਹੀ ਨਾ ਹੋਵੇ। ਜੀ ਜੀ ਸੋ ਬੱਚੇ ਦਾ ਵੇਖੋ ਸਮਾਂ ਹੁੰਦਾ, ਕੋਈ ਚੀਜ਼ ਉਹਨੇ ਔਗਣ ਛੱਡਣਾ, ਸਮੇਂ ਨਾਲ ਛੱਡ ਦੇਣਾ। ਸੋ ਜਿਹੜੀ ਗੱਲ ਬੱਚੇ ਨੂੰ ਪਿਆਰ ਨਾਲ ਸਮਝਾਈ ਜਾਵੇ, ਪਤੀ ਪਤਨੀ ਹਰ ਗੱਲ ਨੂੰ ਪੋਜ਼ਿਟਿਵ ਵਿਊ ਨਾਲ ਸੋਚਣਾ, ਪੋਜ਼ਿਟਿਵ। ਇੱਕ ਤੇ ਹਨੀ ਜੀ ਸਾਡੇ ਪਰਿਵਾਰਾਂ 'ਚ ਇਹ ਗੱਲ ਹੋ ਗਈ ਜੇ ਵੀ ਜਿਸ ਤਰ੍ਹਾਂ ਤੁਸੀਂ ਮੇਰੇ ਕੋਲ ਬੈਠੇ ਜੇ ਨਾ ਤੇ ਮੇਰਾ ਸੁਭਾਅ ਐਸਾ, ਮੈਂ ਆਖਣਾ ਲੈ ਇਹਨੇ ਜੁੱਤੀ ਕਿਸ ਤਰ੍ਹਾਂ ਦੀ ਪਾਈ ਆ ਇਹਨੇ ਕੀ ਕੀਤਾ, ਤੇ ਅਗਲੇ ਨੇ ਤੁਹਾਡੇ ਕੋਲ ਕਿੱਥੋਂ ਆਉਣਾ। ਇਹਦੇ ਵਿੱਚ ਗੁਰਬਾਣੀ 'ਚ ਵੀ ਫਰਮਾਨ ਆ ਵੀ ਅਗਲੇ ਦੇ ਵਿੱਚ 100 ਵੀ ਔਗਣ ਹੋਵੇ ਨਾ ਤੇ ਗੁਣ ਵੀ ਜ਼ਰੂਰ ਹੋਣਗੇ, ਗੁਣ ਲੈ ਲਓ ਅਗਲੇ ਕੋ, ਗੁਣ ਵੀ ਕੁਝ ਨਾ ਕੁਝ ਹੈਗੇ ਨਾ। ਸੋ ਉਹ ਮਹਾਰਾਜ ਦੀ ਗੁਰਬਾਣੀ 'ਚ ਹੈਗਾ ਵੀ ਸਾਂਝ ਕੀਜੇ ਗੁਣਾ ਕੇਰੀ ਛੋੜ ਔਗਣ ਚੱਲੀਏ, ਵੀ ਔਗਣ ਛੱਡ ਦਿਓ ਤੇ ਅਗਲੇ ਦੇ ਨਾਲ ਗੁਣਾਂ ਦੀ ਸਾਂਝ ਕਰੋ। ਗੁਣ ਉਹਦੇ ਅਗਲੇ ਗੁਣ ਨੂੰ ਆਖੋ ਵੀ ਬੱਚਾ ਤੂੰ ਬੜਾ ਵਧੀਆ ਪੁੱਤ, ਆਹ ਤੇ ਬੜਾ ਵਧੀਆ ਤੂੰ ਕੰਮ ਕੀਤਾ। ਜਦੋਂ ਅਸੀਂ ਅਗਲੇ ਦੇ ਚੀਜ਼ ਨੂੰ, ਅਗਲੇ ਦੇ ਗੁਣ ਨੂੰ ਐਪਰੀਸ਼ੀਏਟ ਕਰਾਂਗੇ, ਵਧਾਵਾਂਗੇ, ਉਹ ਭੱਜ ਕੇ ਆਊ। ਜਦੋਂ ਇਹਨਾਂ ਤੂੰ ਆ ਵੀ ਨਹੀਂ ਕੀਤਾ ਉਹ ਸਾਡੇ ਤੋਂ ਦੂਰ ਹੋਣੇ ਸ਼ੁਰੂ ਹੋ ਜਾਂਦੇ ਆ। ਤੁਸੀਂ ਆਪਣੇ ਤਜਰਬੇ ਦੀ ਗੱਲ ਦੱਸੋ, ਕਿਉਂਕਿ ਤੁਸੀਂ ਵੀ ਬੜੇ ਤਜਰਬੇਕਾਰ ਜੇ। ਅੱਜ ਤੱਕ ਕਿੰਨੇ ਕੁ ਮਰੀਜ਼ ਜਿਹੜੇ ਡਿਪਰੈਸ਼ਨ ਦੇ ਸ਼ਿਕਾਰ ਹੋਏ ਨੂੰ ਤੁਸੀਂ ਠੀਕ ਕੀਤਾ? ਕੋਈ ਤੇ ਕਿਹੜਾ ਕੋਈ ਇਦਾਂ ਦਾ ਮਰੀਜ਼ ਸੀ ਜਿਹੜਾ ਮਤਲਬ ਕਿ ਠੀਕ ਨਹੀਂ ਸੀ ਹੁੰਦਾ ਤੇ ਬੜਾ ਜ਼ੋਰ ਲਾਉਣਾ ਪਿਆ ਉਹਨੂੰ ਡਿਪਰੈਸ਼ਨ ਚੋਂ ਕੱਢਣ ਲਈ? ਕੁਝ ਹੈਗਾ ਇਦਾਂ ਦਾ? ਬਿਲਕੁਲ ਹੈਗੇ ਆ। ਵੇਖੋ ਹੋ ਸਕਦਾ ਇਹ ਸਾਡੀ ਇੰਟਰਵਿਊ ਮਰੀਜ਼ ਵੀ ਸੁਣਦੇ ਹੋਣ, ਮੈਂ ਉਹਨਾਂ ਦਾ ਨਾਂ ਨਹੀਂ ਲਊਂਗਾ ਜੀ ਜੀ, ਤੇ ਲੇਕਿਨ ਇਹ ਜੋ ਮੇਰੇ ਨਾਲ ਬੀਤੀਆਂ ਮੈਂ ਅਣਗਿਣਤ ਦੇ ਨਾਂ ਲੈ ਸਕਦਾ, ਕਿਉਂਕਿ ਸਾਡੇ ਇਸ ਜਿੱਥੇ ਆਪਾਂ ਜਿਸ ਜਗ੍ਹਾ ਤੇ ਬੈਠੇ ਆ ਨਾ, ਸਾਡੇ ਘਰ ਦੇ ਨਾਲ ਮੇਰਾ ਟ੍ਰੇਨਿੰਗ ਸੈਂਟਰ, ਤੁਹਾਨੂੰ ਪਤਾ ਜਿੱਥੇ ਮੈਂ ਟ੍ਰੇਨਿੰਗ ਦਿੰਦਾ ਰਿਹਾ, ਉੱਥੇ ਜਦੋਂ ਮੇਰਾ ਇਦਾਂ ਦਾ ਕੋਈ ਪੀਰੀਅਡ ਚੱਲਦਾ ਸੀ ਨਾ, ਮੈਂ ਹੈਰਾਨ ਹੋ ਗਿਆ। ਮੈਨੂੰ ਇਕੱਲੇ ਰੂਪ ਵਿੱਚ ਕਈ ਅਫਸਰ ਵੀ ਮਿਲੇ, ਕਈ ਹੋਰ ਮੁਲਾਜ਼ਮ ਵੀ ਮਿਲੇ ਵੀ ਅਸੀਂ ਜੀ ਡਿਪਰੈਸ਼ਨ ਦਾ ਸ਼ਿਕਾਰ ਹੋ ਕੀ ਕਰਨਾ ਚਾਹੀਦਾ, ਤੇ ਗੱਲ ਤੇ ਘੁੰਡੀ ਦੀ ਛੋਟੀ ਜਿਹੀ ਹੁੰਦੀ ਆ। ਸੋ ਉੱਥੋਂ ਮੇਰਾ ਹੌਸਲਾ ਵੱਧਦਾ ਗਿਆ ਵੀ ਇਸ ਚੀਜ਼ ਦਾ ਤਾਂ ਸਾਨੂੰ ਚੇਤਾ ਵੀ ਨਹੀਂ ਕਿੱਥੋਂ ਤੱਕ ਪਹੁੰਚ ਗਈ। ਸੋ ਉਸ ਮੇਰੇ ਲੈਕਚਰ ਨੂੰ ਉਹਨਾਂ ਬਹੁਤ ਸਲਾਹਿਆ ਗਿਆ, ਇੱਥੋਂ ਤੱਕ ਵੀ ਸਾਡੇ ਅਫਸਰਾਂ ਨੂੰ ਮੈਂ ਕਹਿ ਦਿੱਤਾ, ਜਿਹੜੇ ਅਫਸਰ ਸਾਹਿਬਾਨ ਉੱਥੇ ਆਉਂਦੇ ਸੀ ਨਾ, ਪੜ੍ਹਨ ਆਉਂਦੇ ਸੀ, ਮੈਂ ਲੈਕਚਰ ਕਰਦਾ ਸੀ, ਉਹਨਾਂ ਨੇ ਸਾਡੇ ਅਫਸਰਾਂ ਨੂੰ ਵੀ ਕਹਿਣਾ ਵੀ ਕਿੱਥੇ ਸਾਨੂੰ ਭਾਇਆ ਅੱਜ 2 ਦਿਨ ਹੋ ਗਿਆ, ਸਾਨੂੰ ਆਹ ਕਿਉਂ ਨਹੀਂ ਲੈਕਚਰ ਦਿੱਤਾ, ਕਿਉਂਕਿ ਕਿਤੇ ਨਾ ਕਿਤੇ ਉਹ ਲੋਕ ਵੀ ਇਸ ਚੀਜ਼ ਦਾ ਸ਼ਿਕਾਰ ਹੋ ਚੁੱਕੇ ਹੁੰਦੇ। ਜੀ ਜੀ, ਗੱਲ ਕਰੀਏ ਤੇ ਡਿਪਰੈਸ਼ਨ ਹਰ ਇੱਕ ਨੂੰ ਮਤਲਬ ਕਿ ਹੁੰਦਾ ਹੈ, ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਹੁੰਦੀ ਹੈ ਬੰਦੇ ਦੇ ਦਿਲ ਨੂੰ ਲੱਗ ਜਾਂਦੀ। ਉਹਨੇ ਵੀ ਗਾਂ 3600 ਕੰਮ ਸੋਚੇ ਹੁੰਦੇ ਕਿ ਤਨਖਾਹ ਆਏਗੀ, ਇੱਥੇ ਕਰਾਂਗੇ, ਉਹ ਕਰਾਂਗੇ। ਲੋਕਡਾਊਨ ਦੌਰਾਨ ਬਹੁਤ ਸਾਰੇ ਲੋਕਾਂ ਦੇ ਕੰਮਕਾਰ ਬੰਦ ਹੋ ਗਏ, ਉਹਦਾ ਵੀ ਇੱਕ ਰੀਜ਼ਨ ਰਿਹਾ ਕਿ ਲੋਕ ਡਿਪਰੈਸ਼ਨ 'ਚ ਗਏ। ਅੱਜ ਕੱਲ੍ਹ ਦੇ ਬੱਚਿਆਂ ਦੀ ਗੱਲ ਕਰੀਏ ਤੇ ਬੱਚੇ ਬਹੁਤ ਛੇਤੀ ਨਾ ਬਾਹਰ ਕਿਤੇ ਦਿਲ ਲਗਾ ਲੈਂਦੇ ਆ, ਉਹ ਜਦੋਂ ਧੋਖਾ ਮਿਲਦਾ ਉਦੋਂ ਵੀ ਬੱਚੇ ਡਿਪਰੈਸ਼ਨ 'ਚ ਆ ਜਾਂਦੇ। ਕੀ ਕਦੀ ਇੱਦਾਂ ਦੇ ਮਰੀਜ਼ ਵੀ ਤੁਹਾਡੇ ਕੋਲ ਆਏ ਜਿਨ੍ਹਾਂ ਨੂੰ ਤੁਸੀਂ ਡਿਪਰੈਸ਼ਨ 'ਚੋਂ ਕੱਢਿਆ? ਵੇਖੋ ਡਿਪਰੈਸ਼ਨ ਦਾ ਇੱਕ ਦੂਜਾ ਨਾਮ ਆ ਸਟ੍ਰੈਸ, ਟੈਨਸ਼ਨ, ਡਿਪਰੈਸ਼ਨ, ਇਹ ਇੱਕ ਹੀ ਨਾਮ ਨੇ ਜੀ। ਪੁਰਾਤਨ ਸਮਿਆਂ ਦੇ ਵਿੱਚ ਨਾ ਹਨੀ ਜੀ, ਅੱਜ ਤੋਂ 500 ਸਾਲ ਗੁਰੂ ਨਾਨਕ ਮਹਾਰਾਜ ਦੇ ਟਾਈਮ 'ਚ ਲੈ ਜਾਈਏ ਜਾਂ ਉਸ ਤੋਂ ਪਹਿਲਾਂ ਲੈ ਜਾਈਏ, ਮਨੁੱਖ ਨੂੰ ਉਦੋਂ ਵੀ ਸਟ੍ਰੈਸ ਹੁੰਦੀ ਸੀ, ਟੈਨਸ਼ਨ ਹੁੰਦੀ, ਡਿਪਰੈਸ਼ਨ ਹੁੰਦੀ ਸੀ। ਉਦੋਂ ਦਾ ਤੇ ਹੁਣ ਦਾ ਮੈਂ ਤੁਹਾਨੂੰ ਦੱਸਦਾ ਫਰਕ, ਬੜੇ ਅੰਕੜੇ ਤੁਹਾਡੇ ਸਾਹਮਣੇ ਹੈਰਾਨੀਜਨਕ ਆਉਣਗੇ। ਉਦੋਂ ਸਟ੍ਰੈਸ ਹੁੰਦੀ ਸੀ, ਟੈਨਸ਼ਨ ਹੁੰਦੀ ਸੀ ਇਸ ਚੀਜ਼ ਦੀ ਵੀ ਰਾਤ ਨੂੰ ਮਨੁੱਖ ਜੰਗਲਾਂ 'ਚ ਸੌਂਦਾ ਸੀ, ਉਹਨੂੰ ਸਟ੍ਰੈਸ ਟੈਨਸ਼ਨ ਹੁੰਦੀ ਲੜ ਜਾਵੇ, ਸ਼ੇਰ ਨਾ ਖਾ ਜਾਵੇ, ਫਿਰ ਉਹਨੂੰ ਹੋਣਾ ਵੀ ਸਵੇਰੇ ਮੈਂ ਖਾਊਂਗਾ ਕੀ। ਉਦੋਂ ਬਾਅਦ ਸਾਡੇ ਵਾਲਾ ਦੌਰ ਆਇਆ ਅੱਜ ਤੋਂ 50 ਸਾਲ ਪਹਿਲਾਂ, ਉਦੋਂ ਮੈਂ ਵੇਖਿਆ ਪਿੰਡਾਂ ਦੇ ਹਾਲਾਤ ਬੜੇ, ਜਿਹੜੇ ਇੰਨੇ ਪੈਸੇ ਨਹੀਂ ਸੀ ਹੁੰਦੇ, ਰੋਟੀ ਪਾਣੀ ਦਾ ਜੁਗਾੜ ਕਰਨ ਲੱਗਾ ਵੀ ਮੁਸ਼ਕਿਲਾਂ ਸੀ। ਹੈਰਾਨੀ ਤਾਂ ਹੁਣ ਇਸ ਗੱਲ ਦੀ ਹੁੰਦੀ ਵੀ ਜੋ ਅਸੀਂ ਸਮਾਂ ਵੇਖਿਆ ਨਾ 50 ਸਾਲ ਪਹਿਲਾਂ, ਜਿੱਥੇ ਇੰਨੀ ਮਾਇਆ ਨਹੀਂ ਸੀ ਲੋਕਾਂ ਕੋਲ, ਇੰਨੇ ਸਾਧਨ ਸੁੱਖ ਸਹੂਲਤਾਂ ਨਹੀਂ ਸੀ ਹੈਗੀਆਂ, ਪਰ ਵੇਖੋ ਮੇਰੇ ਤਜਰਬਾ ਇਹ ਆਂਦਾ ਜੇ, ਮੈਂ ਇਸ ਬਾਰੇ ਜੋ ਖੋਜ ਕੀਤੀ ਆ, ਉਦੋਂ ਵੀ ਸਟ੍ਰੈਸ ਨਹੀਂ ਹੈ ਪਿੰਡਾਂ ਦੇ ਵਿੱਚ, ਡਿਪਰੈਸ਼ਨ ਨਹੀਂ ਇੰਨੀ ਹੈਗੀ, ਕਿਉਂਕਿ ਤੁਹਾਨੂੰ ਹੱਸਦੇ ਬਜ਼ੁਰਗ ਦੇਣਗੇ, ਹੱਸਦੇ ਟੀਚਰਾਂ ਕਰਦੇ, ਮਜ਼ਾਕ ਕਰਦੇ, ਤੇ ਗਾਲੀਆਂ ਗੁੱਸਾ ਕੋਈ ਵੀ ਨਹੀਂ ਕਰਦਾ, ਉਹ ਉਹਨੂੰ ਟੀਚਰ ਕਰ ਦਿੰਦਾ ਸੀ। ਤੇ ਅੱਜ ਕਿਸੇ ਨੂੰ ਹਾਸੇ ਨਾਲ ਗੱਲ ਕਰੋ ਉਹ ਤੁਹਾਡੇ ਨਾਲ ਕੂਣੇ ਹਟ ਜਾਂਦਾ। ਉੱਥੇ ਫਿਰ ਇਸ ਚੀਜ਼ ਦਾ ਕਾਰਨ ਵੇਖਿਆ ਵੀ ਵੇਖੋ ਸਟ੍ਰੈਸ, ਇਹਨੂੰ ਟੈਨਸ਼ਨ ਕਹਿ ਦਿੰਦੇ, ਡਿਪਰੈਸ਼ਨ ਕਹਿ ਦਿੰਦੇ।
ਤੁਸੀਂ ਇੱਕਦਮ ਮੈਨੂੰ ਸਵਾਲ ਆਣੀ ਤੁਸੀਂ ਵੀ ਦਿਓ। ਸਟ੍ਰੈਸ ਦਾ ਮਤਲਬ ਪਤਾ ਲੱਗ ਗਿਆ, ਟੈਨਸ਼ਨ, ਜੀ ਜੀ ਤਣਾਅ। ਤੁਸੀਂ ਇਹ ਦੱਸੋ ਵੀ ਸਟ੍ਰੈਸ ਬੰਦੇ ਦੀ ਜ਼ਿੰਦਗੀ 'ਚ ਹੋਣੀ ਚਾਹੀਦੀ ਕਿ ਨਹੀਂ, ਤੁਸੀਂ ਸਵਾਲ ਦਿਓ। ਨਹੀਂ ਜੀ, ਸਟ੍ਰੈਸ ਤੇ ਨਹੀਂ ਹੋਣੀ ਚਾਹੀਦੀ। ਅਗਰ ਕੋਈ ਅਜਿਹਾ ਹੁੰਦਾ ਤੇ ਉਸ ਨੂੰ ਮਤਲਬ ਇਹ ਨਿਕਲਦਾ ਕਿ ਮਿਲ ਬੈਠ ਕੇ ਗੱਲਬਾਤ ਕਰਕੇ ਹੱਲ ਜਿਹੜਾ ਕੱਢਣਾ ਚਾਹੀਦਾ। ਤੁਹਾਡੀ ਇੰਟਰਵਿਊ 'ਚੋਂ ਵੀ ਇਹੀ ਹੱਲ ਨਿਕਲਿਆ ਕਿ ਤੁਸੀਂ ਜਿੰਨੇ ਬੱਚਿਆਂ ਨੂੰ ਠੀਕ ਕੀਤਾ ਉਹ ਗੁਰਬਾਣੀ ਨਾਲ ਨਾਲ ਲੱਗੇ। ਤਾਂ ਸਿੱਟਾ ਇਹ ਨਿਕਲਦਾ ਕਿ ਅਗਰ ਸਾਨੂੰ ਲੱਗਦਾ ਵੀ ਹੈ ਕਿ ਸਾਨੂੰ ਟੈਨਸ਼ਨ ਪੈਣ ਵਾਲੀ ਆ ਕੋਈ, ਤੇ ਸਾਨੂੰ ਬੈਠ ਕੇ ਗੁਰਬਾਣੀ ਪੜ੍ਹਨੀ ਚਾਹੀਦੀ ਆ, ਚੰਗੇ ਬਜ਼ੁਰਗਾਂ ਦੇ ਨਾਲ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਜੋ ਮਾਹੌਲ ਜਿਹੜਾ ਖੁਸ਼ਨੁਮਾ ਹੋ ਸਕੇ। ਜੀ ਹੈ ਨਾ। ਮੈਂ ਇਹ ਗੱਲ ਕੀਤੀ ਸੀ ਵੀ ਤੁਸੀਂ ਮੈਨੂੰ ਸਵਾਲ ਇੱਕ ਦਾ ਜਵਾਬ ਦਿਓ ਵੀ ਸਟ੍ਰੈਸ ਜ਼ਿੰਦਗੀ 'ਚ ਹੋਣੀ ਚਾਹੀਦੀ ਆ। ਸੁਣੋ, ਸਟ੍ਰੈਸ ਹੋਣੀ ਚਾਹੀਦੀ ਆ। ਸਟ੍ਰੈਸ ਦਾ ਮਤਲਬ ਜ਼ਿੰਮੇਵਾਰੀ। ਤੁਸੀਂ ਹੁਣ ਆਏ ਜੇ ਅੱਜ ਚੱਲ ਕੇ ਮੇਰੇ ਕੋਲ, ਕੁਝ ਜ਼ਿੰਮੇਵਾਰੀ ਦਿਮਾਗ 'ਤੇ ਹੈਗੀ ਹੈ ਨਾ, ਪਰ ਉਸ ਜ਼ਿੰਮੇਵਾਰੀ ਨੂੰ ਮੈਂ ਹੁਣੇ ਤੁਹਾਡੇ ਨਾਲ ਗੱਲ ਕਰ ਰਿਹਾ ਸੀ, ਜ਼ਿੰਮੇਵਾਰੀ ਨੂੰ ਸੋਚਣਾ ਵੀ ਆ ਅਤੇ ਕਰਨਾ ਵੀ ਆ। ਪਰ ਜਦੋਂ ਵੇਖੋ ਕੰਮ ਕੋਈ ਵੀ ਕੀਤਾ ਹੋਣਾ, ਹੁਣ ਅਸੀਂ ਇਹ ਬਣਾ ਰਹੇ ਵੀਡੀਓ ਬਣਾ ਰਹੇ ਹਾਂ, ਸੋਚੀ ਜਾਵਾਂ ਅਤੇ ਉਹ ਸਟ੍ਰੈਸ ਬਣ ਜਾਣੀ। ਜੇ ਮੈਂ ਸੋਚਿਆ ਕਾਪੀ 'ਤੇ ਲਿਖਿਆ ਤੁਹਾਡੇ ਨਾਲ ਬਣਾ, ਮਤਲਬ ਕੀਤਿਆਂ ਹੀ ਉਹ ਕੰਮ ਹੁੰਦਾ। ਸਪੋਜ਼ ਕਰੋ ਅਸੀਂ ਇੱਥੇ ਜਲੰਧਰ ਜਾ ਰਹੇ ਹਾਂ, ਮੈਂ ਬੱਸ 'ਤੇ ਕਿਸੇ ਕੰਮ ਜਾ ਰਿਹਾ ਜਾਂ ਗੱਡੀ 'ਤੇ ਜਾ ਰਿਹਾ ਆਪਣੀ 'ਤੇ, ਉੱਥੇ ਜਾ ਕੇ ਮੈਂ ਕੋਈ ਕੰਮ ਕਰਨਾ, ਉੱਥੇ ਮੈਨੂੰ ਕੋਈ ਦਫ਼ਤਰੀ ਕੰਮ ਆ, ਮੈਂ ਜੋ ਸੋਚਣ ਡਿਆ ਵੀ ਉਹ ਪਤਾ ਨਹੀਂ ਮੇਰੀ ਗੱਲ ਮੰਨੇ ਨਾ ਮੰਨੇ, ਬਸ ਸਟ੍ਰੈਸ ਦੇ ਇਹੋ ਕਾਰਨ ਨੇ, ਟੈਨਸ਼ਨ ਦੇ। ਮਤਲਬ ਜ਼ਿੰਮੇਵਾਰੀ ਸਟ੍ਰੈਸ ਸਮਝਣੀ ਹੀ ਹੈਗੀ ਆ, ਪਰ ਇਸ ਹੱਦ ਤੱਕ ਨਹੀਂ ਸਮਝਣੀ ਵੀ ਉਹ ਸਾਡੇ ਦਿਮਾਗ ਨੂੰ ਖਰਾਬ ਕਰ ਦੇਵੇ। ਅਗਲੇ ਪ੍ਰੋਗਰਾਮ 'ਚ ਅਸੀਂ ਦੱਸਾਂਗੇ ਬੋਰਡ 'ਤੇ ਬਣਾ ਕੇ ਵੀ ਸਟ੍ਰੈਸ ਅੱਜ ਨਹੀਂ, ਸਟ੍ਰੈਸ ਹੁੰਦੀ ਕਿਵੇਂ ਆ, ਇਹ ਟੈਨਸ਼ਨ ਹੁੰਦੀ ਕਿਵੇਂ ਆ। ਸੋ ਮੈਂ ਤਾਂ ਸਗੋਂ ਆਪ ਵੇਖੋ ਅਰਦਾਸ ਕਰਨੀ ਵਾਹਿਗੁਰੂ ਗਾਰੀ ਇੱਕ ਅਲੱਗਾ ਗੱਲ ਆ, ਪਰ ਵਾਹਿਗੁਰੂ ਨੇ ਸਾਨੂੰ ਦਿਮਾਗ ਵੀ ਦਿੱਤਾ। ਇਸ ਚੀਜ਼ 'ਚੋਂ ਮੈਂ ਫੇਰ ਕਹਿੰਦਾ ਵੀ ਬੜੇ ਮੈਂ ਆਪਣੇ ਆਪ ਦੇ ਨਾਲ ਕੌਨਫੀਡੈਂਸ ਨਾਲ ਕਹਿ ਰਿਹਾ ਵਾਹਿਗੁਰੂ ਦੀ ਕਿਰਪਾ ਨਾਲ ਵੀ ਆਪਾਂ ਬੜੇ ਆਰਾਮ ਨਾਲ ਨਿਕਲ ਸਕਦੇ ਹਾਂ। ਔਰ ਜਦੋਂ ਮੈਂ ਅੰਕੜੇ ਵੇਖੇ, ਮੈਂ ਤਾਂ 3-4 ਦਿਨਾਂ ਤੋਂ ਪੁੱਛਣ ਡਿਆ, ਜਿਹੜਾ ਮੈਨੂੰ ਮਿਲਦਾ ਆਉਂਦਾ ਮੈਂ ਵੀ ਖਾਣਾ ਗੋਲੀਆਂ। ਮੈਂ ਕਿਹਾ ਤੁਹਾਡਾ ਭਲਾ ਹੋ ਜੇ, ਮੈਨੂੰ ਕੋਈ ਬਚਿਆ ਵਿਖਾਓਗੇ ਕਿ ਨਹੀਂ ਵਿਖਾਓ, ਫਿਰ ਮੈਂ ਆਪਾਂ ਗੱਲ ਹੀ ਕਰ ਲੈਂਦੇ ਹਾਂ। ਕਿਉਂਕਿ ਵਾਹਿਗੁਰੂ ਜਿੱਥੇ ਵੀ ਆਉਂਦੇ ਨਾ ਵੀ ਥੋੜ੍ਹਾ ਬਹੁਤਾ ਜੇ ਮੇਰੇ ਕੋਲ ਕੋਈ ਚੀਜ਼ ਆ, ਮੈਂ ਇਸ ਚੀਜ਼ ਨੂੰ ਵੇਖਿਆ, ਆਨੰਦ ਮਾਣਿਆ ਇਸ ਚੀਜ਼ ਦਾ। ਜੇ ਮੈਨੂੰ ਕੋਈ ਮੁਸ਼ਕਿਲ ਲਾਈਫ 'ਚ ਆਈ ਆ, ਮੈਂ ਉਹ ਫਾਰਮੂਲੇ ਲਾਏ ਆ। ਅਤੇ ਜੇ ਇਹੋ ਮੈਨੂੰ ਕੋਈ ਅੰਦਰੋਂ, ਤੇ ਹੁਣ ਇਹ ਫਾਰਮੂਲੇ ਨੇ ਜਨਮ ਨਹੀਂ ਲਿਆ, ਕਿਤੇ ਨਾ ਕਿਤੇ ਮੈਂ ਸਿੱਖੇ ਆ, ਉਹ ਵੀ ਮੈਂ ਤੁਹਾਡੇ ਨਾਲ ਸਾਂਝੇ ਕਰੂੰਗਾ। ਵੀ ਜਦੋਂ ਇਹੋ ਜਿਹੀ ਸਾਨੂੰ ਮੁਸ਼ਕਿਲ ਆਉਂਦੀ, ਕਿਹੜਾ ਫਾਰਮੂਲਾ ਲਾ ਕੇ ਇੱਥੋਂ ਅਸੀਂ ਆਰਾਮ ਨਾਲ ਬਾਹਰ ਨਿਕਲ ਸਕਦੇ ਹਾਂ। ਹਾਂਜੀ। ਤਾਂ ਇਹ ਸੀ ਇੰਜੀਨੀਅਰ ਮਨਜੀਤ ਸਿੰਘ ਜੱਜੇਆਣੀ, ਜਿਨ੍ਹਾਂ ਨੇ ਅੱਜ ਸਾਨੂੰ ਦੱਸਿਆ ਕਿ ਜਿਹੜੇ ਬੱਚੇ ਆ ਉਹ ਡਿਪਰੈਸ਼ਨ ਦਾ ਸ਼ਿਕਾਰ ਕਿਉਂ ਹੁੰਦੇ ਤੇ ਉਹਨਾਂ ਬੱਚਿਆਂ ਨੂੰ ਡਿਪਰੈਸ਼ਨ 'ਚੋਂ ਕਿਸ ਤਰ੍ਹਾਂ ਜਿਹੜਾ ਹੈ ਉਹ ਬਾਹਰ ਕੱਢਿਆ ਜਾਵੇ। ਤਾਂ ਨਾਲ ਹੀ ਇਹਨਾਂ ਨੇ ਦੱਸਿਆ ਕਿ ਇਹਨਾਂ ਦਾ ਬਹੁਤ ਸਾਰਾ ਤਜਰਬਾ ਵੀ ਰਿਹਾ ਕਿ ਇਹਨਾਂ ਨੇ ਬਹੁਤ ਸਾਰੇ ਬੱਚਿਆਂ ਨੂੰ ਡਿਪਰੈਸ਼ਨ ਦੀ ਬਿਮਾਰੀ ਤੋਂ ਦੂਰ ਵੀ ਕੀਤਾ ਹੈ। ਤਾਂ ਨਾਲੇ ਉਹਨਾਂ ਨੇ ਦੱਸਿਆ ਕਿ ਸਾਨੂੰ ਅਗਰ ਕੋਈ ਲੱਗਦਾ ਹੈ ਕਿ ਤਣਾਅ ਕੋਈ ਸਾਡੇ ਦਿਮਾਗ ਨੂੰ ਖਾਂਦਾ ਜਾ ਰਿਹਾ ਹੈ ਤਾਂ ਸਾਨੂੰ ਉਸ ਦੇ ਲਈ ਗੁਰਬਾਣੀ ਜਿਹੜੀ ਹੈ ਉਹ ਪੜ੍ਹਨੀ ਚਾਹੀਦੀ ਹੈ, ਬਜ਼ੁਰਗਾਂ ਨਾਲ ਗੱਲਬਾਤ ਜਿਹੜੀ ਹੈ ਕਰਨੀ ਚਾਹੀਦੀ। ਲੇਕਿਨ ਸਟ੍ਰੈਸ ਜਿਹੜਾ ਹੈ ਉਹ ਵੀ ਬੰਦੇ ਨੂੰ ਲੈਣਾ ਜ਼ਰੂਰੀ ਹੈ, ਕਿਉਂਕਿ ਜ਼ਿੰਮੇਵਾਰੀ ਵੀ ਹਰ ਇਨਸਾਨ ਦੀ ਹੁੰਦੀ ਹੈ ਕਿ ਜਿਹੜਾ ਉਹਨੂੰ ਕਿਸੇ ਨੇ ਜ਼ਿੰਮੇਵਾਰੀ ਦਾ ਕੰਮ ਦਿੱਤਾ ਹੈ ਉਸ ਨੂੰ ਪੂਰਾ ਕੀਤਾ ਜਾਵੇ, ਨਾ ਕਿ ਉਸ ਜ਼ਿੰਮੇਵਾਰੀ ਨੂੰ ਦਿਮਾਗ 'ਤੇ ਲਾ ਕੇ ਜਿਹੜਾ ਡਿਪਰੈਸ਼ਨ ਦਾ ਸ਼ਿਕਾਰ ਹੋਇਆ ਜਾਵੇ। ਸੋ ਇਹ ਅੱਜ ਦੇ ਪ੍ਰੋਗਰਾਮ 'ਚ ਅਸੀਂ ਇੰਨੀ ਗੱਲਬਾਤ ਕੀਤੀ ਮਨਜੀਤ ਸਿੰਘ ਜੱਜੇਆਣੀ ਹੋਣਾ ਨਾਲ। ਅਗਲੇ ਪ੍ਰੋਗਰਾਮ 'ਚ ਅਸੀਂ ਇਹਨਾਂ ਤੋਂ ਜਾਣਾਂਗੇ ਕਿ ਡਿਪਰੈਸ਼ਨ ਹੁੰਦੀ ਕਿਸ ਤਰ੍ਹਾਂ, ਉਸ ਦਾ ਪ੍ਰੈਕਟੀਕਲ ਬੋਰਡ ਦੇ ਉੱਤੇ ਜਾਣਾਂਗੇ ਕਿ ਡਿਪਰੈਸ਼ਨ ਹੁੰਦੀ ਕਿਸ ਤਰ੍ਹਾਂ ਤੇ ਉਸ ਤੋਂ ਕਿਸ ਤਰ੍ਹਾਂ ਜਿਹੜਾ ਹੈ ਬਾਹਰ ਨਿਕਲਿਆ ਜਾਵੇਗਾ। ਉਸ 'ਚ ਅਸੀਂ ਤੁਹਾਨੂੰ ਵਿਸਥਾਰ ਨਾਲ ਜਿਹੜਾ ਹੈ ਉਹ ਵੀ ਦਿਖਾਵਾਂਗੇ। ਉਦੋਂ ਤੱਕ ਤੁਸੀਂ ਦੇਖਦੇ ਰਹੋ ਸਹਿਜ ਸੁਖ ਟੀਵੀ। ਮੈਨੂੰ ਯਾਨੀ ਕਿ ਮੁਕੇਸ਼ ਮਹਿਰਾ ਹਣੀ ਨੂੰ ਦਿਓ ਇਜਾਜ਼ਤ।